ਬਹੁਤ ਪਹਿਲਾਂ ਤਿੰਨ ਪਿਗਲੈਟਸ ਆਪਣੀ ਮਾਂ ਦੇ ਨਾਲ ਇੱਕ ਨਿੱਕੇ ਜਿਹੇ ਘਰ ਵਿੱਚ ਰਹਿੰਦੇ ਸੀ। ਸਮੇਂ ਆ ਗਿਆ ਸੀ ਕਿ ਹੁਣ ਉਹ ਘਰ ਛੱਡ ਕੇ ਆਪਣੀ ਨਵੀਂ ਜ਼ਿੰਦਗੀ ਬਸਾਉਣ ਆਪਣੇ ਆਪ। ਉਹਨਾਂ ਦੀ ਮਾਂ ਨੇ ਤਿੰਨਾਂ ਨੂੰ ਆਪਣੇ ਕੋਲ ਬੁਲਾਇਆ। ਮੇਰੇ ਜਵਾਕੋ, ਹੁਣ ਸਮੇਂ ਆ ਗਿਆ ਹੈ ਕਿ ਤੁਸੀਂ ਦੁਨੀਆ ਵੇਖੋ, ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ। ਭੁੱਲਣਾ ਨਾ, ਤੁਸੀਂ ਚਾਹੇ ਜੋ ਵੀ ਕਰੋ ਉਹਨੂੰ ਪੂਰਾ ਜੀ ਲਾ ਕੇ ਕਰਨਾ। ਜ਼ਿੰਦਗੀ ਜੀਣ ਦਾ ਇਹ ਸਭ ਤੋਂ ਸਹੀ ਤਰੀਕਾ ਹੈ। ਥੋੜੀ ਜਿਹੀ ਉਦਾਸੀ ਅਤੇ ਥੋੜੀ ਜਿਹੀ ਖੁਸ਼ੀ ਨਾਲ ਤਿੰਨੋਂ ਪਿਗਲੈਟਸ ਆਪਣੀ ਮਾਂ ਨੂੰ ਮਿਲ ਕੇ ਨਿਕਲ ਪਏ। ਥੋੜੀ ਦੇਰ ਚੱਲਣ ਮਗਰੋਂ ਉਹਨਾਂ ਨੂੰ ਇੱਕ ਜ਼ਮੀਨ ਮਿਲੀ ਜਿੱਥੇ ਉਹ ਆਪਣਾ ਘਰ ਬਣਾ ਸਕਦੇ ਸੀ। ਸਭ ਤੋਂ ਨਿੱਕੇ ਪਿਗਲੈਟ ਨੇ ਕਾਂ ਨਾਲ ਆਪਣਾ ਘਰ ਬਣਾਉਣ ਦੀ ਸੋਚੀ। ਉਹਨੂੰ ਲੱਗਿਆ ਫਟਾਫਟ ਸੌਖੇ ਹੀ ਇਹ ਘਰ ਬਣ ਜਾਵੇਗਾ ਅਤੇ ਖੇਲਣ ਲਈ ਬਹੁਤ ਸਮਾਂ ਮਿਲੇਗਾ। ਨਿੱਕੇ ਦਾ ਘਰ ਇੱਕ ਦਿਨ ਵਿੱਚ ਬਣ ਕੇ ਤਿਆਰ ਹੋ ਗਿਆ। ਉਹਨੇ ਆਪਣੇ ਭਰਾ ਨੂੰ ਕਿਹਾ, ਵੇਖੋ ਮੇਰਾ ਘਰ ਬਣ ਗਿਆ। ਵੱਡਾ ਪਿਗਲੈਟ ਘਰ ਨੂੰ ਵੇਖ ਕੇ ਬੋਲਿਆ, ਓਹੋ, ਆ ਘਰ ਤਾਂ ਬਿਲਕੁਲ ਵੀ ਟਿਕਾਊ ਨਹੀਂ ਹੈ। ਅਸੀਂ ਭੇੜੀਏ ਤੋਂ ਕਿਵੇਂ ਬਚਾਂਗੇ? ਨਿੱਕੇ ਨੇ ਵੱਡੇ ਦੀ ਗੱਲ ਨੂੰ ਰਫਾ ਦਫਾ ਕਰ ਦਿੱਤਾ। ਟੈਨਸ਼ਨ ਨਾ ਲਵੋ, ਕੁਝ ਨਹੀਂ ਹੋਵੇਗਾ। ਬਾਅਦ ਚ ਫੇਰ ਨਾ ਕਹਿਣਾ ਕਿ ਕਿਸੇ ਨੇ ਕਿਹਾ ਨਹੀਂ। ਪਿਛਲੇ ਪਿਗਲੈਟ ਨੇ ਆਪਣਾ ਘਰ ਲੱਕੜੀ ਨਾਲ ਬਣਾਉਣ ਦੀ ਸੋਚੀ। ਜੰਗਲ ਵਿੱਚੋਂ ਟਹਿਣੀਆਂ ਇਕੱਠੀਆਂ ਕਰਕੇ ਉਹ ਆਪਣੇ ਕੰਮ ਵਿੱਚ ਲੱਗ ਗਿਆ। ਤੀਜੇ ਦਿਨ ਵਿਚਲੇ ਦਾ ਘਰ ਵੀ ਬਣ ਗਿਆ। ਇਹ ਘਰ ਘਾਹ ਵਾਲੇ ਘਰ ਨਾਲੋਂ ਜ਼ਿਆਦਾ ਟਿਕਾਊ ਸੀ। ਵੱਡਾ ਉਹਦੇ ਘਰ ਨੂੰ ਵੇਖ ਕੇ ਬੋਲਿਆ, ਤੂੰ ਬੜੀ ਮਿਹਨਤ ਨਾਲ ਬਣਾਇਆ ਇਸ ਨੂੰ। ਬੜਾ ਸੁੰਦਰ ਘਰ ਹੈ, ਪਰ ਕੀ ਇਸ ਵਿੱਚ ਅਸੀਂ ਭੇੜੀਏ ਤੋਂ ਬਚ ਸਕਾਂਗੇ? ਵਿਚਲਾ ਬੋਲਿਆ, ਬਿਲਕੁਲ ਸੁਰੱਖਿਅਤ ਹੈ। ਕਿਉਂ ਟੈਨਸ਼ਨ ਲੈ ਰਹੇ ਹੋ? ਬਾਅਦ ਵਿੱਚ ਨਹੀਂ ਕਹਿਣਾ ਕਿ ਕਿਸੇ ਨੇ ਕਿਹਾ ਨਹੀਂ। ਨਿੱਕਾ ਅਤੇ ਵਿਚਲਾ ਜਦੋਂ ਆਪਣੇ ਆਪਣੇ ਘਰ ਵਿੱਚ ਮੌਜਾਂ ਲੈ ਰਹੇ ਸੀ, ਵੱਡਾ ਆਪਣਾ ਘਰ ਬਣਾ ਰਿਹਾ ਸੀ। ਉਹ ਇੱਟਾਂ ਅਤੇ ਪੱਥਰਾਂ ਨਾਲ ਆਪਣਾ ਘਰ ਬਣਾ ਰਿਹਾ ਸੀ। ਬਾਕੀ ਦੋਨਾਂ ਨੂੰ ਲੱਗ ਰਿਹਾ ਸੀ ਕਿ ਉਹ ਫਿਜ਼ੂਲ ਹੀ ਇੰਨਾ ਕੰਮ ਕਰ ਰਿਹਾ ਹੈ। ਉਹ ਦੋਨੋਂ ਖੇਲ ਕੂਦ ਕੇ ਆਪਣਾ ਸਮਾਂ ਬਿਤਾ ਰਹੇ ਸੀ। ਜਦੋਂ ਸਾਡੇ ਵਰਗਾ ਛੇਤੀ ਛੇਤੀ ਘਰ ਬਣ ਸਕਦਾ ਹੈ ਤਾਂ ਇੰਨੀ ਮਿਹਨਤ ਕਿਉਂ? ਕਿੰਨਾ ਡਰਦਾ ਏ। ਵੱਡੇ ਨੇ ਉਹਨਾਂ ਦੀ ਗੱਲਾਂ ਉੱਤੇ ਧਿਆਨ ਨਹੀਂ ਦਿੱਤਾ। ਪੂਰੇ 7 ਦਿਨ ਮਿਹਨਤ ਕਰਕੇ ਉਹਨੇ ਆਪਣਾ ਸ਼ਾਨਦਾਰ ਅਤੇ ਮਜ਼ਬੂਤ ਘਰ ਬਣਾਇਆ। ਅਗਲੇ ਹੀ ਦਿਨ ਇੱਕ ਭੁੱਖਾ ਭੇੜੀਆ ਉਹਨਾਂ ਦੇ ਇਲਾਕੇ ਵਿੱਚ ਆਇਆ। ਉਹਨੇ ਘਾਹ ਦਾ ਘਰ ਵੇਖਿਆ ਤੇ ਉਹ ਰੁਕ ਗਿਆ। ਨਿੱਕਾ ਸੋਫੇ ਉੱਤੇ ਬੈਠਾ ਆਰਾਮ ਫਰਮਾ ਰਿਹਾ ਸੀ। ਭੇੜੀਏ ਨੇ ਬੂਹਾ ਖੜਕਾਇਆ। दरवाजा खोलो, मैं अंदर आना है। नहीं खोलोगे तो 2-4 फूक मार के घर उड़ा दियांगा। ਤੁਸੀਂ ਕੁਝ ਨਹੀਂ ਕਰ ਸਕਦੇ। ਮੇਰਾ ਘਰ ਬਹੁਤ ਮਜ਼ਬੂਤ ਹੈ। ਭੇੜੀਏ ਨੇ ਜ਼ੋਰ ਨਾਲ ਆਪਣੇ ਮੂੰਹ ਵਿੱਚੋਂ ਸਾਹ ਛੱਡਿਆ ਅਤੇ ਘਰ ਟੁੱਟ ਗਿਆ। ਨਿੱਕਾ ਜੀਵੇ ਤੀਵੇ ਭੱਜ ਕੇ ਨਿਕਲ ਗਿਆ ਅਤੇ ਭੱਜਦਾ ਹੋਇਆ ਵਿਚਲੇ ਦੇ ਲੱਕੜੀ ਵਾਲੇ ਘਰ ਪਹੁੰਚ ਗਿਆ। ਉਹਦੇ ਬੂਹਾ ਖੜਕਾਉਂਦੇ ਹੀ ਵਿਚਲੇ ਨੇ ਬੂਹਾ ਖੋਲ ਦਿੱਤਾ ਅਤੇ ਨਿੱਕਾ ਅੰਦਰ ਜਾ ਕੇ ਲੁਕ ਗਿਆ। ਛੇਤੀ ਬੰਦ ਕਰ ਬੂਹਾ, ਭੇੜੀਆ ਆ ਜਾਵੇਗਾ। ਘਬਰਾ ਨਾ, ਉਹ ਇਸ ਘਰ 'ਚ ਨਹੀਂ ਆ ਸਕਦਾ। ਉਸੇ ਵੇਲੇ ਭੇੜੀਆ ਉੱਥੇ ਪਹੁੰਚਿਆ ਅਤੇ ਆਵਾਜ਼ ਮਾਰੀ, दरवाजा खोलो, मैं अंदर आना है। नहीं खोलोगे तो 2-4 फूक मार के घर तोड़ दियांगा। ਕੁਝ ਨਹੀਂ ਕਰ ਸਕਦਾ ਤੂੰ। ਭੇੜੀਏ ਨੇ ਜ਼ੋਰ ਨਾਲ ਆਪਣੇ ਮੂੰਹ ਵਿੱਚੋਂ ਸਾਹ ਛੱਡਿਆ ਅਤੇ ਘਰ ਟੁੱਟ ਗਿਆ। ਜੀਵੇ ਤੀਵੇ ਦੋਨੋਂ ਭਰਾ ਭੱਜ ਕੇ ਵੱਡੇ ਦੇ ਘਰ ਪਹੁੰਚੇ। ਵੱਡੇ, ਭੇੜੀਆ ਪਿੱਛੇ ਪਿਆ ਹੈ, ਕੀ ਕਰੀਏ? ਵੱਡੇ ਨੇ ਉਹਨਾਂ ਨੂੰ ਭਰੋਸਾ ਦਿੱਤਾ। ਟੈਨਸ਼ਨ ਨਹੀਂ ਲੈਣੀ, ਏਦਾਂ ਦਾ ਕੁਝ ਨਹੀਂ ਹੋਣਾ। ਥੋੜੀ ਦੇਰ ਬਾਅਦ ਉਹ ਭੁੱਖਾ ਭੇੜੀਆ ਇੱਥੇ ਵੀ ਪਹੁੰਚ ਗਿਆ।
दरवाजा खोलो, मैं अंदर आना है। नहीं खोलोगे तो 2-4 फूक मार के घर तोड़ दियांगा। ਕੋਸ਼ਿਸ਼ ਵੀ ਨਾ ਕਰਨਾ, ਐਦਾਂ ਦਾ ਕੁਝ ਵੀ ਨਹੀਂ ਕਰ ਸਕੇਗਾ। ਭੇੜੀਏ ਨੇ ਗੁੱਸੇ ਵਿੱਚ ਆਪਣੇ ਮੂੰਹ ਵਿੱਚੋਂ ਸਾਹ ਛੱਡਿਆ, ਪਰ ਉਹ ਘਰ ਹਿੱਲਿਆ ਵੀ ਨਹੀਂ, ਪੋਰਾ ਵੀ ਨਹੀਂ, ਇੱਕ ਇੱਟ ਵੀ ਨਹੀਂ ਹਿਲਾ ਸਕਿਆ। ਉਹ ਥੱਕ ਹਾਰ ਕੇ ਉਹਨੇ ਦੂਜੀ ਤਰਕੀਬ ਸੋਚੀ। ਘਰ ਦੇ ਉੱਤੇ ਇੱਕ ਚਿਮਨੀ ਸੀ ਅਤੇ ਉਹ ਉਹਦੇ ਉੱਤੇ ਚੜਨ ਲੱਗ ਪਿਆ। ਉਹਨੂੰ ਚੜਦੇ ਹੋਏ ਵੇਖ ਕੇ ਉਹਨੂੰ ਅੰਦਰ ਆਉਣ ਤੋਂ ਰੋਕਣ ਵਾਸਤੇ ਵੱਡੇ ਨੇ ਫਾਇਰਪਲੇਸ ਵਿੱਚ ਅੱਗ ਬਾਲ ਦਿੱਤੀ ਅਤੇ ਇੱਕ ਪਾਣੀ ਦਾ ਭਾਂਡਾ ਉਹਦੇ ਉੱਤੇ ਰੱਖ ਦਿੱਤਾ। ਭੇੜੀਆ ਚਿਮਨੀ ਦੇ ਉੱਤੇ ਪਹੁੰਚਦੇ ਹੀ ਚਿਮਨੀ ਦੇ ਅੰਦਰ ਉਤਰਨ ਲੱਗ ਪਿਆ ਅਤੇ ਸਿੱਧਾ ਉਬਲਦੇ ਹੋਏ ਪਾਣੀ ਵਿੱਚ ਡਿੱਗਿਆ। बचाओ, चल गया। ओए बचाओ। ਤਿੰਨੋਂ ਭਰਾ ਭੇੜੀਏ ਨੂੰ ਹਰਾ ਕੇ ਇੱਕ ਦੂਜੇ ਨਾਲ ਗਲੇ ਮਿਲੇ। ਤਿੰਨੋਂ ਭਰਾ ਅਗਲੇ ਦਿਨ ਆਪਣੀ ਕਹਾਣੀ ਸੁਣਾਉਣ ਲਈ ਮਾਂ ਕੋਲ ਗਏ। ਨਿੱਕਾ ਸਭ ਤੋਂ ਪਹਿਲਾਂ ਬੋਲਿਆ, ਤੁਸੀਂ ਸਹੀ ਕਿਹਾ ਸੀ। ਜਿਹੜਾ ਵੀ ਕੰਮ ਕਰੋਗੇ ਪੂਰਾ ਜੀ ਲਾ ਕੇ ਕਰਨਾ, ਪੂਰਾ ਜੀ ਲਾ ਕੇ ਕਰੋਗੇ ਤਾਂ ਹੀ ਕਾਮਯਾਬੀ ਮਿਲੇਗੀ। ਉਸ ਦਿਨ ਤੋਂ ਬਾਅਦ ਨਿੱਕੇ ਅਤੇ ਵਿਚਲੇ ਨੇ ਆਲਸ ਛੱਡ ਦਿੱਤਾ। ਵੱਡੇ ਭਰਾ ਵਰਗੀ ਮਿਹਨਤ ਕਰਨ ਲੱਗ ਪਏ ਅਤੇ ਹਸੀ ਖੁਸ਼ੀ ਜ਼ਿੰਦਗੀ ਜੀਂਦੇ ਰਹੇ। ਇੱਕ ਸਮੇਂ ਦੀ ਗੱਲ ਹੈ। ਇੱਕ ਨਿੱਕੀ ਕੁੜੀ ਸੀ। ਉਹ ਹਮੇਸ਼ਾ ਰੈੱਡ ਕਲਰ ਦੀ ਰਾਈਡਿੰਗ ਹੁੱਡ ਪਾਉਂਦੀ ਸੀ। ਇਸ ਲਈ ਸਾਰੇ ਉਹਨੂੰ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾਉਂਦੇ ਸੀ। ਧੀਏ। ਹਾਂ ਮੰਮੀ। ਤੁਹਾਡੀ ਨਾਨੀ ਮਾਂ ਬਿਮਾਰ ਹੈ ਨਾ? ਤੁਸੀਂ ਉਹਨਾਂ ਵਾਸਤੇ ਇਹ ਤਾਜ਼ਾ ਕੁਕੀਜ਼ ਅਤੇ ਜੜੀ ਬੂਟੀਆਂ ਲੈ ਕੇ ਜਾਓਗੇ? ਬਿਲਕੁਲ ਜਾਵਾਂਗੀ ਮੈਂ ਮੰਮੀ। ਹਮੇਸ਼ਾ ਦੀ ਤਰ੍ਹਾਂ ਆਪਣਾ ਰੈੱਡ ਰਾਈਡਿੰਗ ਹੁੱਡ ਪਾ ਕੇ ਉਹ ਆਪਣੀ ਨਾਨੀ ਦੇ ਘਰ ਵੱਲ ਨੂੰ ਤੁਰ ਪਈ। ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਨਾ ਉਤਰੀ ਧੀਏ। ਲਿਟਲ ਰੈੱਡ ਰਾਈਡਿੰਗ ਹੁੱਡ ਹੱਸਦੇ ਗਾਉਂਦੇ ਆਪਣੇ ਰਸਤੇ ਜਾ ਰਹੀ ਸੀ। ਪਤਾ ਨਹੀਂ ਇਹਨੂੰ ਬਨੀ ਫੋਰੈਸਟ ਕਿਉਂ ਕਹਿੰਦੇ ਨੇ, ਮੈਨੂੰ ਤਾਂ ਇੱਕ ਵੀ ਬੰਨੀ ਨਹੀਂ ਦਿਸਿਆ। ਲਿਟਲ ਰੈੱਡ ਰਾਈਡਿੰਗ ਹੁੱਡ ਫੁੱਲਾਂ ਨਾਲ ਭਰੇ ਹੋਏ ਰਸਤੇ ਤੇ ਪਹੁੰਚੀ। ਰੰਗ ਬਰੰਗੇ ਕਈ ਤਰ੍ਹਾਂ ਦੇ ਫੁੱਲ ਸੀ। ਨਾਨੀ ਵਾਸਤੇ ਕੁਝ ਫੁੱਲ ਲੈ ਚਲਦੀ ਆਂ, ਬੜੀ ਖੁਸ਼ ਹੋ ਜਾਵੇਗੀ ਉਹ। ਫੁੱਲ ਚੁਗਦੇ ਹੋਏ ਧਿਆਨ ਨਹੀਂ ਰਿਹਾ ਉਹਨੂੰ ਕਿ ਉਹ ਆਪਣੇ ਰਸਤੇ ਤੋਂ ਥੱਲੇ ਉਤਰ ਗਈ ਸੀ। ਉਸੇ ਵੇਲੇ ਉਹਨੂੰ ਝਾੜੀਆਂ ਵਿੱਚੋਂ ਇੱਕ ਆਵਾਜ਼ ਆਈ। ਅਚਾਨਕ ਇੱਕ ਵੱਡਾ ਜਿਹਾ ਭੇੜੀਆ ਉਹਦੇ ਸਾਹਮਣੇ ਆ ਗਿਆ। ਉਹਨੂੰ ਵੇਖ ਕੇ ਲਿਟਲ ਰੈੱਡ ਰਾਈਡਿੰਗ ਹੁੱਡ ਇੰਨਾ ਡਰ ਗਈ ਕਿ ਉਹਦੇ ਹੱਥੋਂ ਬਾਸਕਟ ਡਿੱਗ ਪਈ। ਭੇੜੀਏ ਨੇ ਛੇਤੀ-ਛੇਤੀ ਬਾਸਕਟ ਵਿੱਚੋਂ ਕੁਕੀਜ਼ ਚੁੱਕੀਆਂ ਅਤੇ ਵਾਪਸ ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਦੇ ਦਿੱਤੀਆਂ। ਭੇੜੀਏ ਦੀ ਇਸ ਸੱਚਾਈ ਤੋਂ ਲਿਟਲ ਰੈੱਡ ਰਾਈਡਿੰਗ ਹੁੱਡ ਬਹੁਤ ਖੁਸ਼ ਹੋਈ। ਥੈਂਕ ਯੂ। ਕਿੱਥੇ ਜਾ ਰਹੀ ਏ ਕੁੜੀਏ? ਨਾਨੀ ਦੇ ਘਰ। ਇਸ ਜੰਗਲ ਦੇ ਆਖਿਰ ਵਿੱਚ ਯੈਲੋ ਕਲਰ ਦਾ ਘਰ ਹੈ। ਉਹਨਾਂ ਦੀ ਤਬੀਅਤ ਖਰਾਬ ਹੈ ਨਾ, ਮੈਂ ਕੁਕੀਜ਼ ਤੇ ਜੜੀ ਬੂਟੀਆਂ ਲੈ ਕੇ ਜਾ ਰਹੀ ਹਾਂ। ਤੁਸੀਂ ਮੈਨੂੰ ਸਾਰਿਆਂ ਦੀ ਤਰ੍ਹਾਂ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾ ਸਕਦੇ ਹੋ। ਤਾਂ ਮੈਂ ਪਹਿਲੇ ਪਹੁੰਚ ਕੇ ਤੁਹਾਡੀ ਨਾਨੀ ਨੂੰ ਦੱਸਦਾ ਤੁਸੀਂ ਆ ਰਹੇ ਹੋ, ਔਰ ਤੁਸੀਂ ਫੁੱਲ ਚੁਗਦੇ ਚੁਗਦੇ ਆਰਾਮ ਨਾਲ ਆਓ। ਉਸੇ ਵੇਲੇ ਉਹਨੂੰ ਕਿਸੇ ਸ਼ਿਕਾਰੀ ਦੀ ਗੋਲੀ ਦੀ ਆਵਾਜ਼ ਆਈ ਤੇ ਉਹ ਉਡਣਛੂ ਹੋ ਗਿਆ। ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਇੱਕਦਮ ਰੋਣਾ ਆ ਗਿਆ ਕਿਉਂਕਿ ਉਹ ਗੁਆਚ ਗਈ ਸੀ। ਉਹਦਾ ਰੋਣਾ ਸੁਣ ਕੇ ਇੱਕ ਸ਼ਿਕਾਰੀ ਉਹਦੇ ਕੋਲ ਆਇਆ। ਤੂੰ ਇੱਥੇ ਇਕੱਲੀ ਕੀ ਕਰ ਰਹੀ ਹੈ? ਇੱਥੇ ਬਹੁਤ ਖਤਰਾ ਹੈ। ਮੈਂ ਇੱਕ ਖੁੰਖਾਰ ਭੇੜੀਏ ਨੂੰ ਲੱਭ ਰਿਹਾ।
ਕਾਫੀ ਵਕਤ ਤੋਂ ਉਹ ਭੱਜ ਰਿਹਾ ਹੈ। ਲਿਟਲ ਰੈਡ ਰਾਈਡਿੰਗ ਹੁੱਡ ਸ਼ਰਮਿੰਦਾ ਸੀ ਕਿਉਂਕਿ ਉਹਨੇ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਅਤੇ ਬੰਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਉਤਰ ਗਈ। ਇਸ ਕਰਕੇ ਉਹ ਸ਼ਿਕਾਰੀ ਨੂੰ ਨਹੀਂ ਦੱਸਣਾ ਚਾਹੁੰਦੀ ਸੀ। ਮੈਂ ਤਾਂ ਬਸ ਮੇਰੀ ਨਾਨੀ ਮਾਂ ਬਿਮਾਰ ਹੈ ਕੁਕੀਜ਼ ਲੈ ਕੇ ਜਾ ਰਹੀ ਸੀ ਤੇ ਰਸਤੇ ਵਿੱਚ ਗੁਆਚ ਗਈ। ਤੇ ਮੈਂ ਤੈਨੂੰ ਤੇਰੀ ਨਾਨੀ ਦੇ ਘਰ ਛੱਡ ਦੇਣਾ। ਉਹ ਨਾਲ-ਨਾਲ ਤੁਰ ਪਏ ਅਤੇ ਉਸੇ ਵੇਲੇ ਭੇੜੀਆ ਵੀ ਨਾਨੀ ਮਾਂ ਦੇ ਘਰ ਪਹੁੰਚ ਗਿਆ ਅਤੇ ਬੂਹੇ ਤੇ ਨੌਕ ਕੀਤਾ। ਨਾਨੀ ਮਾਂ ਨੇ ਸੱਦਿਆ, ਕੌਣ ਹੈ ਭਾਈ? मैं नानी माँ, लिटिल रेड राइडिंग हुड। मैं कुकीज तो जड़ी बूटियां लेकर आई हैं ਤੁਹਾਡੇ लिए। बूहा खुला है तिए, अंदर आ जा। ਭੇੜੀਆ ਅੰਦਰ ਵੜ ਗਿਆ। ਥੋੜੀ ਦੇਰ ਪਿੱਛੋਂ ਲਿਟਲ ਰੈਡ ਰਾਈਡਿੰਗ ਹੁੱਡ ਅਤੇ ਸ਼ਿਕਾਰੀ ਨਾਨੀ ਮਾਂ ਦੇ ਘਰ ਪਹੁੰਚੇ। ਜਾ ਕੁੜੀਏ, ਨਾਨੀ ਦੇ ਕੋਲ ਜਾ। ਹੰਟਰ ਆਪਣੇ ਰਸਤੇ ਤੁਰ ਗਿਆ। ਲਿਟਲ ਰੈਡ ਰਾਈਡਿੰਗ ਹੁੱਡ ਨੇ ਬੂਹੇ ਤੇ ਨੌਕ ਕੀਤਾ। कौन है भाई? मैं हाँ नानी माँ, लिटिल रेड राइडिंग हुड। बुआ खुला है तिए, अंदर आ जा। ਲਿਟਲ ਰੈਡ ਰਾਈਡਿੰਗ ਹੁੱਡ ਕੁਝ ਪਲ ਲਈ ਹਿਚਕਿਚਾਈ ਕਿਉਂਕਿ ਆਵਾਜ਼ ਨਾਨੀ ਮਾਂ ਤੋਂ ਥੋੜੀ ਵੱਖਰੀ ਲੱਗ ਰਹੀ ਸੀ। ਫਿਰ ਧਿਆਨ ਆਇਆ ਕਿ ਨਾਨੀ ਮਾਂ ਤਾਂ ਬਿਮਾਰ ਹੈ। बीमार है ना नानी माँ, ताही आवाज ऐदा दी हो गई है। ਉਹ ਬੂਹਾ ਖੋਲ ਕੇ ਅੰਦਰ ਗਈ। ਭੇੜੀਆ ਸਾਰੇ ਕੱਪੜੇ, ਟੋਪੀ ਤੇ ਚਸ਼ਮਾ ਵੀ ਨਾਨੀ ਮਾਂ ਦਾ ਪਾ ਕੇ ਬਿਸਤਰੇ ਤੇ ਪਿਆ ਸੀ। ਉਹਨੇ ਪਰਦਾ ਖਿੱਚ ਕੇ ਅੰਦਰ ਹਨੇਰਾ ਕੀਤਾ ਹੋਇਆ ਸੀ ਤਾਂ ਕਿ ਲਿਟਲ ਰੈਡ ਰਾਈਡਿੰਗ ਹੁੱਡ ਉਹਨੂੰ ਵੇਖ ਨਾ ਸਕੇ। प्यारी तिए, एनी दूर चल के तू मेरे वास्ते खाना लेके आई? कोल ता आ तिए, तेनू गले ता मिला। छेतिया, एनी दूर क्यों है? ਲਿਟਲ ਰੈਡ ਰਾਈਡਿੰਗ ਹੁੱਡ ਨੇ ਬਾਸਕਟ ਥੱਲੇ ਰੱਖਿਆ ਪਰ ਜ਼ਿਆਦਾ ਕੋਲ ਨਹੀਂ ਗਈ ਕਿਉਂਕਿ ਨਾਨੀ ਮਾਂ ਕੁਝ ਵੱਖਰੀ ਦਿਸ ਰਹੀ ਸੀ। ਤੁਹਾਡੇ ਹੱਥ ਐਨੇ ਲੰਬੇ ਕਿਵੇਂ ਹੋ ਗਏ? ताकि तेरा हथ फड़ सका। ते एने बड़े कन्न? तेरी प्यारी आवाज सुनन वास्ते। बड़िया बड़िया अखां? तेनू जी भर के वेखण वास्ते। ते एने तिखे दंद नानी मां? तेनू चब चब के खाण वास्ते। ਭੇੜੀਏ ਨੇ ਲਿਟਲ ਰੈਡ ਰਾਈਡਿੰਗ ਹੁੱਡ ਵੱਲ ਛਾਲ ਮਾਰੀ। ਉਸੇ ਵੇਲੇ ਲਿਟਲ ਰੈਡ ਰਾਈਡਿੰਗ ਹੁੱਡ ਨੂੰ ਪਤਾ ਲੱਗਿਆ ਕਿ ਬਿਸਤਰੇ ਤੇ ਨਾਨੀ ਮਾਂ ਨਹੀਂ ਬਲਕਿ ਉਹ ਖੁੰਕਾਰ ਭੇੜੀਆ ਸੀ। ਬਚਾਓ ਬਚਾਓ ਮੈਨੂੰ ਬਚਾਓ। ਸ਼ਿਕਾਰੀ ਤੱਕ ਉਹਦੀ ਆਵਾਜ਼ ਪਹੁੰਚੀ ਅਤੇ ਉਹ ਭੱਜ ਕੇ ਉਸ ਘਰ ਤੱਕ ਗਿਆ। ਸ਼ਿਕਾਰੀ ਨੇ ਬੂਹੇ ਦੇ ਅੰਦਰ ਜਾ ਕੇ ਉਸ ਭੇੜੀਏ ਨੂੰ ਫੜ ਲਿਆ। ਆਖਿਰ ਤੂੰ ਫੜਿਆ ਗਿਆ ਖੁੰਖਾਰ ਭੇੜੀਏ, ਹੁਣ ਦੇਖਣਾ ਮੈਂ ਤੈਨੂੰ। ਸ਼ਿਕਾਰੀ ਨੇ ਭੇੜੀਏ ਦੇ ਢਿੱਡ ਵਿੱਚੋਂ ਨਾਨੀ ਮਾਂ ਨੂੰ ਬਾਹਰ ਕੱਢਿਆ। ਸਾਨੂੰ ਬਚਾਉਣ ਲਈ ਬਹੁਤ ਬਹੁਤ ਧੰਨਵਾਦ ਸ਼ਿਕਾਰੀ ਅੰਕਲ। ਕੋਈ ਗੱਲ ਨਹੀਂ, ਪਰ ਵਾਅਦਾ ਕਰ ਕੁੜੀਏ ਕਿ ਹਮੇਸ਼ਾ ਮੰਮੀ ਦੀ ਗੱਲ ਮੰਨੇਗੀ। ਨਾਨੀ ਮਾਂ ਨੂੰ ਇੰਨੀ ਭੁੱਖ ਲੱਗੀ ਸੀ ਕਿ ਉਹ ਸਾਰੀ ਕੁਕੀਜ਼ ਖਾ ਗਈ, ਜੜੀ ਬੂਟੀ ਦੀ ਦਵਾਈ ਬਣਾਈ ਤੇ ਛੇਤੀ ਛੇਤੀ ਠੀਕ ਹੋ ਗਈ। ਲਿਟਲ ਰੈਡ ਰਾਈਡਿੰਗ ਹੁੱਡ ਨੇ ਵਾਅਦਾ ਕੀਤਾ ਕਿ ਕਿਸੇ ਖੁੰਖਾਰ ਭੇੜੀਏ ਦੀ ਗੱਲਾਂ ਵਿੱਚ ਉਹ ਕਦੇ ਨਹੀਂ ਆਵੇਗੀ। ਲਿਟਲ ਰੈਡ ਰਾਈਡਿੰਗ ਹੁੱਡ ਕੱਲੀ ਇੱਕ ਵਾਰੀ ਜੰਗਲ ਵਿੱਚ ਖੇਲ ਰਹੀ ਸੀ।
ਅਤੇ ਉਸੇ ਵੇਲੇ ਸਾਹਮਣੇ ਫਿਰ ਉਹੀ ਭੇੜੀਆ ਮਿਲਿਆ। ਭੇੜੀਏ ਨੂੰ ਹੰਟਰ ਨੇ ਜੰਗਲ ਦੀ ਸਫਾਈ ਕਰਨ ਦੀ ਸਜ਼ਾ ਦਿੱਤੀ ਸੀ। ਲਿਟਲ ਰੈਡ ਰਾਈਡਿੰਗ ਹੁੱਡ ਨੂੰ ਵੇਖਦੇ ਹੀ ਉਸ ਨੂੰ ਆਪਣੀ ਕਰਨੀ ਤੇ ਸ਼ਰਮਿੰਦਗੀ ਮਹਿਸੂਸ ਹੋਈ। ਬਨੀ ਫੋਰੈਸਟ ਭਰ ਗਿਆ ਇੱਕ ਵਾਰੀ ਫੇਰ ਖੁਸ਼ੀਆਂ ਬਨੀਸ ਤੇ ਫੁੱਲਾਂ ਨਾਲ, ਬਿਲਕੁਲ ਉਦਾਂ ਜਿੱਦਾਂ ਪਹਿਲਾਂ ਹੁੰਦਾ ਸੀ।